ਸਤਿ ਸ਼੍ਰੀ ਅਕਾਲ ਜੀ। ਜੀਕੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ। ਲੈ ਕੇ ਆਏ ਜੀ ਇੱਕ ਹੋਰ ਤੁਹਾਡੇ ਲਈ ਨਵੀਂ ਕਹਾਣੀ। ਮੈਂ ਹੈਰਾਨ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਕਿਵੇਂ ਹੋ ਸਕਦਾ ਸੀ। ਮੈਂ ਜਦੋਂ ਡਾਕਟਰ ਕੋਲ ਗਈ ਤਾਂ ਡਾਕਟਰ ਨੇ ਦੱਸਿਆ ਕਿ ਸਭ ਨਾਰਮਲ ਹੈ, ਪਰ ਜਦੋਂ ਮੈਂ ਡਾਕਟਰ ਨੂੰ ਦੱਸਿਆ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਡਾਕਟਰ ਵੀ ਬੁਰੀ ਤਰ੍ਹਾਂ ਡਰ ਗਈ। ਜਦੋਂ ਡਾਕਟਰ ਨੇ ਚੈੱਕ ਕਰਿਆ ਤੇ ਬਾਅਦ ਵਿੱਚ ਮੇਰਾ ਆਪਰੇਸ਼ਨ ਕਰਿਆ ਤਾਂ ਉਸ ਦੀਆਂ ਚੀਕਾਂ ਨਿਕਲ ਗਈਆਂ ਤੇ ਉਹ ਘਬਰਾ ਗਈ, ਕਿਉਂਕਿ ਮੇਰੇ ਪੇਟ ਵਿੱਚੋਂ। ਮੇਰਾ ਨਾਮ ਸੁਨੀਤਾ ਹੈ। ਮੈਂ ਬਹੁਤ ਹੀ ਜ਼ਿਆਦਾ ਖੂਬਸੂਰਤ ਸੀ। ਮੇਰੀ ਖੂਬਸੂਰਤੀ ਨੂੰ ਦੇਖ ਕੇ ਮੇਰੀ ਸੱਸ ਨੇ ਮੈਨੂੰ ਪਹਿਲੀ ਨਜ਼ਰ ਵਿੱਚ ਹੀ ਪਸੰਦ ਕਰ ਲਿਆ ਸੀ। ਉਹਨਾਂ ਦਾ ਵੀ ਇੱਕ ਹੀ ਬੇਟਾ ਸੀ ਤੇ 7 ਬੇਟੀਆਂ ਸੀ, ਜਿਨ੍ਹਾਂ ਵਿੱਚੋਂ ਸਿਰਫ 2 ਬੇਟੀਆਂ ਦਾ ਹੀ ਵਿਆਹ ਹੋਇਆ ਸੀ। ਮੈਂ ਅਜਿਹੇ ਘਰ ਵਿੱਚ ਨਹੀਂ ਸੀ ਜਾਣਾ ਚਾਹੁੰਦੀ ਜਿੱਥੇ ਮੇਰੀਆਂ 7 ਨਨਾਣਾਂ ਹੋਣ, ਪਰ ਹੋਰ ਕੋਈ ਵੀ ਚਾਰਾ ਨਹੀਂ ਸੀ, ਕਿਉਂਕਿ ਮੇਰੇ ਪਾਪਾ ਨੇ ਮੇਰੇ ਹੋਣ ਵਾਲੇ ਸਹੁਰਾ ਸਾਹਿਬ ਦੇ ਨਾਲ ਕਾਰੋਬਾਰ ਸਾਂਝਾ ਕੀਤਾ ਸੀ ਤੇ ਉਹਨਾਂ ਦੋਹਾਂ ਨੂੰ ਉਸ ਕਾਰੋਬਾਰ ਵਿੱਚ ਘਾਟਾ ਹੋ ਗਿਆ ਸੀ। ਹੁਣ ਜਾਂ ਤਾਂ ਉਹ ਇੱਕ ਦੂਜੇ ਨਾਲ ਰਿਸ਼ਤਾ ਬਣਾ ਲੈਂਦੇ ਤੇ ਨਹੀਂ ਤਾਂ ਬਹੁਤ ਵੱਡੀ ਦੁਸ਼ਮਣੀ ਬਣ ਜਾਣੀ ਸੀ। ਮੇਰੇ ਪਾਪਾ ਨੇ ਮੇਰੇ ਕੋਲ ਆ ਕੇ ਕਿਹਾ ਕਿ ਹੁਣ ਸਭ ਕੁਝ ਤੇਰੇ ਹੱਥ ਵਿੱਚ ਹੀ ਹੈ, ਤੂੰ ਹੀ ਮੇਰੀ ਜਾਨ ਛੁਡਵਾ ਸਕਦੀ ਹੈ। ਜੇ ਤੇਰਾ ਵਿਆਹ ਉੱਥੇ ਹੋ ਗਿਆ ਤਾਂ ਉਹਨਾਂ ਨਾਲ ਆਪਣੀ ਰਿਸ਼ਤੇਦਾਰੀ ਬਣ ਜਾਵੇਗੀ ਤੇ ਉਹ ਮੈਨੂੰ ਪੈਸੇ ਦੇਣ ਬਾਰੇ ਨਹੀਂ ਕਹਿਣਗੇ, ਨਹੀਂ ਤਾਂ ਉਹ ਆਪਣੇ ਤੇ ਕੇਸ ਕਰ ਦੇਣਗੇ। ਮੈਂ ਆਪਣੀ ਮਾਂ ਨੂੰ ਕਿਹਾ ਕਿ ਮੈਂ ਅਜਿਹੇ ਘਰ ਵਿੱਚ ਨਹੀਂ ਜਾਣਾ ਚਾਹੁੰਦੀ ਜਿੱਥੇ ਮੇਰੀ ਕੋਈ ਇੱਜ਼ਤ ਨਹੀਂ ਹੋਵੇਗੀ। ਤਾਂ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਦੇਖ ਪੁੱਤ, ਤੇਰੇ ਹੱਥ ਵਿੱਚ ਹੀ ਸਾਡੀ ਇੱਜ਼ਤ ਤੇ ਸਾਡੀ ਜਾਨ ਹੈ, ਨਹੀਂ ਤਾਂ ਤੇਰੇ ਪਾਪਾ ਜਿਉਂਦੇ ਜੀ ਮਰ ਜਾਣਗੇ, ਕਿਉਂਕਿ ਉਹ ਇੰਨਾ ਕਰਜ਼ਾ ਇੰਨੀ ਛੇਤੀ ਨਹੀਂ ਮੋੜ ਸਕਣਗੇ। ਵੈਸੇ ਵੀ ਇੱਕ ਔਰਤ ਦੀ ਸਹੁਰੇ ਘਰ ਵਿੱਚ ਕੋਈ ਇੱਜ਼ਤ ਨਹੀਂ ਹੁੰਦੀ। ਹੌਲੀ ਹੌਲੀ ਆਪਣੇ ਹਿਸਾਬ ਨਾਲ ਤੇ ਆਪਣੇ ਸੁਭਾਅ ਨਾਲ ਹੀ ਉੱਥੇ ਆਪਣੀ ਜਗ੍ਹਾ ਬਣਾਉਣੀ ਪੈਂਦੀ ਹੈ। ਤੂੰ ਆਪਣੇ ਪਤੀ ਨੂੰ ਆਪਣੇ ਹੱਥ ਵਿੱਚ ਰੱਖੀ ਤੇ ਉਸ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਫਸਾ ਲਈ ਤੇ ਬਾਅਦ ਵਿੱਚ ਆਪਣੇ ਪਤੀ ਨੂੰ ਲੈ ਕੇ ਅਲੱਗ ਹੋ ਕੇ ਰਹਿਣ ਲੱਗ ਪਈ। ਪਰ ਇਹ ਸਭ ਕੁਝ ਮੇਰੇ ਲਈ ਇੰਨਾ ਸੌਖਾ ਨਹੀਂ ਸੀ, ਕਿਉਂਕਿ ਉਹਨਾਂ ਦਾ ਵੀ ਉਹ ਇਕਲੌਤਾ ਬੇਟਾ ਸੀ। ਉਸ ਦਾ ਨਾਮ ਸਮੀਰ ਸੀ। ਮੇਰੇ ਮਾਂ-ਬਾਪ ਨੇ ਆਪਣੀ ਜਾਨ ਬਚਾਉਣ ਦੇ ਲਈ ਮੇਰਾ ਵਿਆਹ ਕਰ ਦਿੱਤਾ, ਪਰ ਅਸੀਂ ਸ਼ਹਿਰ ਵਿੱਚ ਰਹਿੰਦੇ ਸੀ ਤੇ ਉਹ ਪਿੰਡ ਵਿੱਚ ਰਹਿੰਦੇ ਸਨ। ਜਦੋਂ ਮੇਰਾ ਵਿਆਹ ਹੋਇਆ ਤਾਂ ਮੇਰੀ ਸੱਸ ਨੇ ਮੇਰੇ ਕੋਲ ਆ ਕੇ ਇੱਕ ਹੀ ਗੱਲ ਲਗਾਈ ਸੀ ਕਿ ਜਲਦੀ ਤੋਂ ਜਲਦੀ ਮੈਨੂੰ ਪੋਤਾ ਜਾਂ ਪੋਤੀ ਦਾ ਮੂੰਹ ਦਿਖਾ ਦੇ ਤੇ ਘਰ ਵਿੱਚ ਰੌਣਕ ਲੱਗ ਜਾਵੇਗੀ। ਤਾਂ ਇਹ ਠੀਕ ਗੱਲ ਸੀ ਕਿ ਮੇਰੀ ਸੱਸ ਨੂੰ ਬੱਚੇ ਪੈਦਾ ਕਰਨ ਦਾ ਬਹੁਤ ਸ਼ੌਂਕ ਸੀ। ਦੇਖ ਕੇ ਤਾਂ ਇਸ ਤਰ੍ਹਾਂ ਹੀ ਲੱਗ ਰਿਹਾ ਸੀ ਉਸਨੇ ਬੇਟੇ ਲਈ ਹੀ ਇੰਨੀਆਂ ਕੁੜੀਆਂ ਨੂੰ ਜਨਮ ਦਿੱਤਾ ਸੀ, ਪਰ ਅਜਿਹਾ ਬਿਲਕੁਲ ਵੀ ਨਹੀਂ ਸੀ। ਪਰ ਮੇਰੀ ਸੱਸ ਨੂੰ ਬੱਚੇ ਬਹੁਤ ਹੀ ਜ਼ਿਆਦਾ ਪਸੰਦ ਸੀ। ਜਿਸ ਤਰ੍ਹਾਂ ਮੈਂ ਸੋਚਿਆ ਸੀ ਉਸ ਤਰ੍ਹਾਂ ਨਾਲ ਮੇਰੇ ਨਾਲ ਉਸ ਘਰ ਵਿੱਚ ਕੁਝ ਵੀ ਨਹੀਂ ਸੀ ਹੋ ਰਿਹਾ। ਬਸ ਇੱਕ ਗੱਲ ਸੁਣਨ ਨੂੰ ਹੀ ਮਿਲਦੀ ਸੀ ਕਿ ਜਲਦੀ ਤੋਂ ਜਲਦੀ ਇਸ ਘਰ ਵਿੱਚ ਬੱਚਾ ਆ ਜਾਵੇ। ਜਦੋਂ ਮੇਰੇ ਵਿਆਹ ਨੂੰ 1 ਮਹੀਨਾ ਹੋ ਗਿਆ ਤਾਂ ਮੇਰੀ ਸੱਸ ਨੇ ਅਜੀਬ ਜਿਹਾ ਹੀ ਮੂੰਹ ਬਣਾ ਲਿਆ। ਮੈਂ ਤਾਂ ਹੈਰਾਨ ਹਾਂ। ਮੈਂ ਤਾਂ ਉਸ ਟਾਈਮ ਹੈਰਾਨ ਰਹਿ ਗਈ ਜਦੋਂ ਇੱਕ ਰਾਤ ਨੂੰ ਮੇਰੀ ਸੱਸ ਮੇਰੇ ਪਤੀ ਨੂੰ ਕਹਿ ਰਹੀ ਸੀ ਕਿ ਕੱਲ ਨੂੰ ਇਸ ਨੂੰ ਡਾਕਟਰ ਕੋਲ ਲੈ ਕੇ ਜਾਵੀਂ, ਇਸ ਨੂੰ ਬੱਚਾ ਕਿਉਂ ਨਹੀਂ ਹੋ ਰਿਹਾ। ਮੈਂ ਤਾਂ ਹੈਰਾਨ ਰਹਿ ਗਈ, ਕਿਉਂਕਿ ਸਿਰਫ ਮੇਰੇ ਵਿਆਹ ਹੋਏ ਨੂੰ ਤਾਂ ਹਜੇ 1 ਮਹੀਨਾ ਹੀ ਹੋਇਆ ਸੀ। ਮੈਂ ਤਾਂ ਇਹੀ ਸੋਚ ਰਹੀ ਸੀ ਕਿ ਆਖਿਰ ਇਹ ਕਿਸ ਕਿਸਮ ਦੇ ਲੋਕ ਨੇ। ਇਹ ਸਿਰਫ ਬੱਚਾ ਪੈਦਾ ਕਰਨ ਲਈ ਹੀ ਆਪਣੇ ਪੁੱਤ ਨੂੰ ਇਹਨਾਂ ਨੇ ਪੁੱਤ ਦਾ ਵਿਆਹ ਕਰਿਆ ਸੀ। ਜਦੋਂ ਇਸ ਬਾਰੇ ਵਿੱਚ ਮੈਂ ਆਪਣੇ ਪਤੀ ਨੂੰ ਕਿਹਾ, ਮੇਰੇ ਪਤੀ ਨੇ ਕਿਹਾ ਕਿ ਜੋ ਮੰਮੀ ਕਹਿਣਗੇ ਉਹੀ ਹੋਵੇਗਾ, ਤੈਨੂੰ ਜ਼ਿਆਦਾ ਬੋਲਣ ਦੀ ਲੋੜ। ਉਹਨਾਂ ਦਿਨਾਂ ਵਿੱਚ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਰਹਿਣ ਲੱਗ ਪਈ ਤੇ ਮੇਰੇ ਵਿਆਹ ਨੂੰ ਹੌਲੀ ਹੌਲੀ 6 ਮਹੀਨੇ ਗੁਜ਼ਰ ਗਏ, ਪਰ ਹਜੇ ਤੱਕ ਮੇਰੇ ਬੱਚੇ ਦੀ ਕੋਈ ਖਬਰ ਨਹੀਂ ਸੀ। ਇਹਨਾਂ 7 ਮਹੀਨਿਆਂ ਨੂੰ ਮੇਰੀ ਸੱਸ ਨੇ 7 ਸਾਲ ਵਾਂਗ ਬਣਾ ਦਿੱਤਾ। ਫਿਰ ਮੇਰੀ ਸੱਸ ਮੈਨੂੰ ਡਾਕਟਰ ਕੋਲ ਲੈ ਕੇ ਗਈ ਤਾਂ ਡਾਕਟਰ ਨੇ ਵੀ ਕਿਹਾ ਕਿ ਹਜੇ ਤਾਂ 7 ਮਹੀਨੇ ਹੋਏ ਹਨ, ਜੇ ਸਾਲ 2 ਸਾਲ ਦੇ ਉੱਪਰ ਟਾਈਮ ਹੋ ਜਾਵੇ ਫਿਰ ਹੀ ਡਾਕਟਰੀ ਇਲਾਜ ਕਰਵਾਉਣਾ ਚਾਹੀਦਾ ਹੈ। ਬਸ ਮੇਰੀ ਸੱਸ ਨੇ ਡਾਕਟਰ ਨੂੰ ਇੱਕ ਹੀ ਸਵਾਲ ਕਰਿਆ ਕਿ ਇਹ ਕਦੇ ਮਾਂ ਵੀ ਬਣ ਸਕਦੀ ਹੈ, ਬਸ ਮੈਨੂੰ ਇਹ ਚੈੱਕ ਕਰਕੇ ਦੱਸ ਦਿਓ। ਫਿਰ ਡਾਕਟਰ ਨੇ ਮੇਰਾ ਥੋੜਾ ਬਹੁਤਾ ਚੈੱਕਅਪ ਕਰਿਆ ਤੇ ਕਿਹਾ ਹਾਂ ਇਹ ਮਾਂ ਬਣ ਸਕਦੀ ਹੈ, ਪਰ ਡਾਕਟਰ ਨੇ ਮੇਰਾ ਚੈੱਕਅਪ ਨਹੀਂ ਸੀ ਕਰਿਆ। ਉਹ ਮੈਨੂੰ ਸਾਈਡ ਤੇ ਲੈ ਗਈ ਤੇ ਮੈਨੂੰ ਜਦੋਂ ਡਾਕਟਰ ਨੇ ਕਿਹਾ ਕਿ ਤੇਰੀ ਸੱਸ ਤਾਂ ਬਹੁਤ ਹੀ ਪੁਰਾਣੇ ਖਿਆਲਾਂ ਦੀ ਔਰਤ ਹੈ, ਬਸ ਮੈਂ ਤੇਰਾ ਚੈੱਕਅਪ ਨਹੀਂ ਕਰਾਂਗੀ ਤੇ ਉਸ ਨੂੰ ਜਾ ਕੇ ਬਸ ਇਹ ਕਹਾਂਗੀ ਕਿ ਸਭ ਕੁਝ ਨਾਰਮਲ ਹੈ, ਇਹ ਮਾਂ ਬਣ ਸਕਦੀ ਹੈ।
ਤਾਂ ਮੈਂ ਡਾਕਟਰ ਨੂੰ ਕਿਹਾ ਕਿ ਤੁਹਾਨੂੰ ਕੋਈ ਪਰੇਸ਼ਾਨੀ ਲੱਗ ਰਹੀ ਹੈ। ਤਾਂ ਡਾਕਟਰ ਨੇ ਕਿਹਾ ਕਿ ਥੋੜੀ ਜਿਹੀ ਪ੍ਰੋਬਲਮ ਹੈ, ਹੌਲੀ ਹੌਲੀ ਠੀਕ ਹੋ ਜਾਵੇਗੀ। ਜੇ ਮੈਂ ਇਹਨਾਂ ਨੂੰ ਸੱਚ ਦੱਸ ਦਿੱਤਾ ਤਾਂ ਤੇਰਾ ਘਰ ਬਰਬਾਦ ਹੋ ਜਾਵੇਗਾ, ਤੈਨੂੰ ਘਰੋਂ ਕੱਢ ਦੇਣਗੇ। ਮੈਂ ਡਾਕਟਰ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਤੁਸੀਂ ਤਾਂ ਮੇਰੇ ਲਈ ਰੱਬ ਹੋ। ਤਾਂ ਡਾਕਟਰ ਨੇ ਮੈਨੂੰ ਹੌਸਲਾ ਦਿੰਦੇ ਹੋਏ ਕਿਹਾ ਕਿ ਮੇਰੇ ਕੋਲ ਤਾਂ ਅਕਸਰ ਹੀ ਅਜਿਹੇ ਕੇਸ ਆਉਂਦੇ ਰਹਿੰਦੇ ਨੇ, ਮੈਨੂੰ ਪਤਾ ਹੈ ਕਿ ਇਹੋ ਜਿਹੇ ਲੋਕਾਂ ਨਾਲ ਕਿਵੇਂ ਪੇਸ਼ ਆਉਣਾ ਹੈ। ਡਾਕਟਰ ਬਹੁਤ ਹੀ ਵਧੀਆ ਸੀ। ਮੈਂ ਡਾਕਟਰ ਨੂੰ ਕਿਹਾ ਕਿ ਜੇਕਰ ਮੈਨੂੰ ਦਵਾਈ ਦੀ ਜ਼ਰੂਰਤ ਹੋਈ ਤਾਂ ਮੈਂ ਤੁਹਾਡੇ ਕੋਲ ਹੀ ਆਵਾਂਗੀ। ਤਾਂ ਡਾਕਟਰ ਨੇ ਮੈਨੂੰ ਕਿਹਾ ਕਿ ਇਹ ਮੇਰਾ ਹੀ ਹਸਪੀਟਲ ਹੈ, ਤੁਸੀਂ ਜਦੋਂ ਦਿਲ ਕਰੇ ਆ ਜਾਇਓ। ਤੇ ਡਾਕਟਰ ਨੇ ਮੈਨੂੰ ਫੋਨ ਨੰਬਰ ਦੇ ਦਿੱਤਾ ਤੇ ਫਿਰ ਅਸੀਂ ਘਰ ਆ ਗਏ। ਬਸ ਮੇਰੇ ਦਿਮਾਗ ਵਿੱਚ ਇੱਕ ਹੀ ਸਵਾਲ ਚੱਲ ਰਿਹਾ ਸੀ ਕਿ ਡਾਕਟਰ ਨੇ ਜਿਸ ਨੁਕਸ ਦੀ ਗੱਲ ਕਹੀ ਸੀ, ਆਖਰ ਕੀ ਪ੍ਰੋਬਲਮ ਸੀ ਮੇਰੇ ਵਿੱਚ। ਇਸ ਤਰ੍ਹਾਂ ਹੀ 4-5 ਮਹੀਨੇ ਹੋਰ ਲੰਘ ਗਏ ਤਾਂ ਮੇਰੀ ਸੱਸ ਨੇ ਤਾਂ ਸਾਰੇ ਰਿਸ਼ਤੇਦਾਰਾਂ ਕੋਲ ਇਹੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੀ ਨੂੰਹ ਤਾਂ ਬਾਂਝ ਹੈ। ਜਦੋਂ ਕੋਈ ਸਾਡੇ ਘਰ ਔਰਤ ਆਉਂਦੀ ਤਾਂ ਉਸ ਨੂੰ ਵੀ ਇਹੀ ਕਹਿੰਦੀ ਕਿ ਕਿਸੇ ਵਿਆਹ ਸ਼ਾਦੀ ਜਾਂਦੀ ਤਾਂ ਉੱਥੇ ਵੀ ਮੈਨੂੰ ਬਾਂਝ ਦਾ ਇਨਾਮ ਦਿੰਦੀ ਤੇ ਕਹਿੰਦੀ ਮੇਰੀ ਨੂੰਹ ਬੱਚਾ ਪੈਦਾ ਨਹੀਂ ਕਰ ਸਕਦੀ, ਇਹ ਤਾਂ ਬਾਂਝ ਹੈ, ਮੇਰੇ ਤਾਂ ਪੁੱਤ ਦੀ ਜ਼ਿੰਦਗੀ ਬਰਬਾਦ ਹੋ ਗਈ। ਮੇਰੇ ਲਈ ਇਹ ਸਭ ਕੁਝ ਸੁਣਨਾ ਬਹੁਤ ਜ਼ਿਆਦਾ ਮੁਸ਼ਕਲ ਸੀ। ਮੇਰੇ ਲਈ ਮੇਰਾ ਸਹੁਰਾ ਘਰ ਇੱਕ ਜੇਲ੍ਹ ਦੀ ਤਰ੍ਹਾਂ ਮੈਨੂੰ ਮਹਿਸੂਸ ਹੋ ਰਿਹਾ ਸੀ। ਜੇ ਮੈਂ ਸੱਸ ਨੂੰ ਅੱਗੋਂ ਕੋਈ ਜਵਾਬ ਦਿੰਦੀ ਤਾਂ ਮੈਨੂੰ ਕਹਿੰਦੀ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਤਾਂ ਵਿਆਹ ਤੋਂ ਪਹਿਲਾਂ ਹੀ ਸਭ ਕੁਝ ਪਤਾ ਹੁੰਦਾ ਹੈ, ਜਿਹੜਾ ਸਾਨੂੰ ਵਿਆਹ ਤੋਂ ਬਾਅਦ ਪਤਾ ਲੱਗਿਆ ਸੀ। ਮੈਂ ਆਪਣੀ ਸੱਸ ਨੂੰ ਪਿਆਰ ਨਾਲ ਵੀ ਸਮਝਾਇਆ ਕਿ ਕਈ ਵਾਰ ਕੁਦਰਤੀ ਤੌਰ ਤੇ ਵੀ ਹੁੰਦਾ ਹੈ ਬੱਚੇ ਦਾ ਲੇਟ ਜਨਮ ਲੈਣਾ, ਪਰ ਮੇਰੀ ਸੱਸ ਨੇ ਮੈਨੂੰ ਕਿਹਾ ਕਿ ਮੇਰੇ ਤਾਂ ਸਾਲ ਬਾਅਦ ਹੀ ਬੱਚਾ ਹੋ ਗਿਆ ਸੀ। ਜਦੋਂ ਮੇਰੇ ਵਿਆਹ ਦੀ ਸਾਲਗਿਰਾ ਸੀ ਤਾਂ ਮੇਰੇ ਕੋਲ 3 ਮਹੀਨਿਆਂ ਦਾ ਮੇਰਾ ਬੱਚਾ ਸੀ। ਮੈਂ ਤਾਂ 1 ਸਾਲ ਦੇ ਅੰਦਰ ਹੀ ਬੱਚਾ ਪੈਦਾ ਕਰ ਦਿੱਤਾ ਸੀ। ਇਸ ਗੱਲ ਦਾ ਸ਼ੁਕਰ ਸੀ ਕਿ ਮੇਰੀ ਉਮਰ ਜ਼ਿਆਦਾ ਨਹੀਂ ਸੀ, ਨਹੀਂ ਤਾਂ ਮੈਨੂੰ ਇਸ ਗੱਲ ਦੇ ਵੀ ਮਿਹਣੇ ਸੁਣਨੇ ਪੈਂਦੇ। ਮੇਰਾ ਪਤੀ ਤਾਂ ਕੁਝ ਵੀ ਨਹੀਂ ਸੀ ਬੋਲਦਾ, ਬਸ ਚੁੱਪਚਾਪ ਬੈਠਾ ਰਹਿੰਦਾ। ਜੋ ਉਸਦੀ ਮਾਂ ਕਹਿੰਦੀ ਬਸ ਉਹੀ ਕਰਦਾ ਸੀ। ਫਿਰ ਪ੍ਰਮਾਤਮਾ ਨੇ ਮੇਰੇ ਤੇ ਰਹਿਮ ਕਰਿਆ ਤੇ ਇੱਕ ਦਿਨ ਮੇਰੀ ਬਹੁਤ ਹੀ ਜ਼ਿਆਦਾ ਸਿਹਤ ਖਰਾਬ ਹੋ ਗਈ। ਉਹ ਮੈਨੂੰ ਇੱਕ ਹਕੀਮ ਦੇ ਕੋਲ ਲੈ ਗਏ ਤੇ ਹਕੀਮ ਨੇ ਜੋ ਕਿਹਾ ਮੇਰੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਹਕੀਮ ਨੇ ਕਿਹਾ ਕਿ ਮਾਂ ਬਣਨ ਵਾਲੀ ਹੈ। ਫੇਰ ਜਾ ਕੇ ਮੈਂ ਸੁੱਖ ਦਾ ਸਾਹ ਲਿਆ। ਮੇਰੀ ਸੱਸ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ, ਪਰ ਉਸਦੇ ਚਿਹਰੇ ਤੇ ਪਰੇਸ਼ਾਨੀ ਸੀ। ਪਤਾ ਨਹੀਂ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਸੀ, ਜਾਂ ਉਸਨੇ ਮੈਨੂੰ ਸਾਰੇ ਰਿਸ਼ਤੇਦਾਰਾਂ ਤੇ ਗੁਆਂਢ ਵਿੱਚ ਬਾਂਝ ਕਿਹਾ ਸੀ, ਇਸ ਕਰਕੇ ਉਹ ਸ਼ਰਮਿੰਦਾ ਹੋ ਰਹੀ ਸੀ। ਪਤਾ ਨਹੀਂ ਉਸ ਨੂੰ ਇਹ ਪਰੇਸ਼ਾਨੀ ਸੀ ਕਿ ਮੈਨੂੰ ਤਾਂ ਉਸਨੇ ਬਾਂਝ ਕਿਹਾ ਸੀ ਤੇ ਮੇਰੇ ਬੱਚੇ ਪੈਦਾ ਹੋਣ ਵਾਲਾ ਸੀ। ਹੁਣ ਮੈਂ ਬਿਲਕੁਲ ਚੁੱਪ ਹੋ ਗਈ ਸੀ ਕਿਉਂਕਿ ਮੇਰੀ ਪ੍ਰਮਾਤਮਾ ਨੇ ਸੁਣ ਲਈ ਸੀ। ਜਿੰਨੀ ਮੇਰੀ ਸੱਸ ਮੈਨੂੰ ਪ੍ਰੈਗਨੈਂਟ ਸੁਣ ਕੇ ਦੁਖੀ ਸੀ, ਪਰ ਮੇਰਾ ਖਿਆਲ ਵੀ ਨਾ ਰੱਖਿਆ ਉਹਨਾਂ ਨੇ। ਮੇਰੇ ਲਈ ਕੰਮ ਓਨਾ ਹੀ ਹੁੰਦਾ ਜਿੰਨਾ ਮੈਂ ਬੱਚੇ ਤੋਂ ਪਹਿਲਾਂ ਕਰਦੀ ਸੀ। ਨਾ ਹੀ ਮੇਰੇ ਲਈ ਕੁਝ ਖਾਣ ਨੂੰ ਚੰਗੀ ਚੀਜ਼ ਲਿਆ ਕੇ ਦਿੰਦੇ। ਜੇ ਮੇਰਾ ਕੁਝ ਖਾਣ ਨੂੰ ਦਿਲ ਕਰਦਾ ਤਾਂ ਮੇਰਾ ਪਤੀ ਕਹਿੰਦਾ ਕਿ ਮੈਂ ਮਾਂ ਨੂੰ ਪੁੱਛ ਕੇ ਹੀ ਲੈ ਕੇ ਆਵਾਂਗਾ। ਜੇ ਮੇਰਾ ਪਤੀ ਆਪਣੀ ਮਾਂ ਤੋਂ ਪੁੱਛਦਾ ਤਾਂ ਉਹ ਕਹਿ ਦਿੰਦੀ ਕੋਈ ਜ਼ਰੂਰਤ ਨਹੀਂ, ਮੈਨੂੰ ਕਿਹੜਾ ਫਲ ਫਰੂਟ ਖਵਾਇਆ ਸੀ। ਫਿਰ ਵੀ ਮੈਂ 8 ਬੱਚੇ ਪੈਦਾ ਕੀਤੇ ਸੀ, ਸਾਰੇ ਦੇ ਸਾਰੇ ਵਧੀਆ ਤੰਦਰੁਸਤ ਸੀ। ਇਹ ਸਭ ਔਰਤਾਂ ਦੇ ਚੋਚਲੇ ਹੁੰਦੇ ਆ। ਇਹੋ ਜਿਹੇ ਟਾਈਮ ਵਿੱਚ ਆਪਣੇ ਪਤੀ ਨੂੰ ਕਾਬੂ ਵਿੱਚ ਰੱਖਣਾ ਤੇ ਜਾਣ-ਬੁੱਝ ਕੇ ਹੀ ਇਸ ਤਰ੍ਹਾਂ ਕਰਦੀਆਂ ਨੇ। ਕੋਈ ਤਬੀਅਤ ਖਰਾਬ ਨਹੀਂ ਹੁੰਦੀ, ਬਸ ਔਰਤ ਦਾ ਤਾਂ ਜਿਸਮ ਬਣਿਆ ਹੀ ਬੱਚਾ ਪੈਦਾ ਕਰਨ ਲਈ ਹੁੰਦਾ ਹੈ। ਬਸ ਤੂੰ ਉਸ ਦੀਆਂ ਗੱਲਾਂ ਸੁਣ ਲਿਆ ਕਰ ਤੇ ਦੂਜੇ ਕੰਨ ਵਿੱਚ ਦੀ ਕੱਢ ਦਿਆ ਕਰ, ਬਾਅਦ ਵਿੱਚ ਪਛਤਾਵੇਂਗਾ ਜੇ ਸਿਰ ਤੇ ਚੜ ਜਾਵੇਗੀ। ਮੈਨੂੰ ਛੋਟੀ ਮੋਟੀ ਤਕਲੀਫ ਰਹਿੰਦੀ ਹੀ ਸੀ ਕਿਉਂਕਿ ਮੇਰਾ ਪਹਿਲਾ ਬੱਚਾ ਸੀ ਤੇ ਇੱਕ ਵਿਆਹ ਤੋਂ 2 ਸਾਲ ਬਾਅਦ ਮੈਂ ਪ੍ਰੈਗਨੈਂਟ ਹੋਈ ਸੀ। ਪਰ ਮੈਨੂੰ ਹੈਰਾਨੀ ਉਦੋਂ ਹੋਈ ਜਦੋਂ ਮੇਰੀ ਇੱਕ ਨਨਾਣ ਸਾਡੇ ਘਰ ਆਈ ਤੇ ਉਹ ਵੀ ਪ੍ਰੈਗਨੈਂਟ ਸੀ। ਅਚਾਨਕ ਉਸਦੇ ਦਰਦ ਹੋਣਾ ਸ਼ੁਰੂ ਹੋ ਗਿਆ ਤਾਂ ਉਸਨੇ ਆਪਣੀ ਮਾਂ ਨੂੰ ਕਿਹਾ ਕਿ ਮਾਂ ਮੇਰੇ ਪੇਟ ਵਿੱਚ ਦਰਦ ਹੁੰਦਾ। ਤਾਂ ਮੇਰੀ ਸੱਸ ਨੇ ਕਿਹਾ ਕਿ ਡਾਕਟਰ ਨੂੰ ਦਿਖਾ ਲੈਂਦੇ ਆ, ਐਵੇਂ ਕੋਈ ਪਰੇਸ਼ਾਨੀ ਨਾ ਹੋ ਜਾਵੇ ਤੇ ਤੂੰ ਫਲ ਫਰੂਟ ਖਾਇਆ ਕਰ, ਆਪਣੀ ਸਿਹਤ ਦਾ ਵੀ ਖਿਆਲ ਰੱਖਿਆ ਕਰ। ਮੈਂ ਤਾਂ ਹੈਰਾਨ ਸੀ ਕਿ ਆਪਣੀ ਧੀ ਨੂੰ ਆਰਾਮ ਦੀ ਵੀ ਜ਼ਰੂਰਤ ਸੀ ਤੇ ਫਰੂਟ ਦੀ ਖਾਣ ਦੀ ਵੀ ਜ਼ਰੂਰਤ ਸੀ ਤੇ ਦੁੱਧ ਵੀ ਪੀਣਾ ਜ਼ਰੂਰੀ ਹੈ। ਜੇ ਮੈਂ ਕੋਈ ਇਸ ਤਰ੍ਹਾਂ ਦੀ ਗੱਲ ਕਰਦੀ ਤਾਂ ਮੈਨੂੰ ਉਹ ਕਹਿੰਦੀ ਤੈਨੂੰ ਕਿਹੜਾ ਬਿਮਾਰੀ ਹੈ, ਤੇਰੀ ਸਿਹਤ ਤਾਂ ਵਧੀਆ। ਪਰ ਮੇਰਾ ਪੇਟ ਬਹੁਤ ਜ਼ਿਆਦਾ ਨਿਕਲਿਆ ਹੋਇਆ ਸੀ। ਮੈਂ ਕਿਸੇ ਵੀ ਪ੍ਰੈਗਨੈਂਟ ਔਰਤ ਦਾ ਇਸ ਤਰ੍ਹਾਂ ਪੇਟ ਨਹੀਂ ਸੀ ਦੇਖਿਆ। ਮੇਰੀ ਸੱਸ ਮੇਰੇ ਮੂੰਹ ਤੇ ਕਹਿ ਦਿੰਦੀ ਸੀ ਕਿ ਤੇਰਾ ਪੇਟ ਬਹੁਤ ਵੱਡਾ ਹੈ ਤੇ ਤੇਰਾ ਬੱਚਾ ਵੀ ਤੰਦਰੁਸਤ ਹੀ ਹੋਵੇਗਾ।
ਤੈਨੂੰ ਜ਼ਿਆਦਾ ਖੁਰਾਕ ਦੀ ਲੋੜ ਨਹੀਂ। ਫਿਰ ਇੱਕ ਦਿਨ ਮੈਂ ਆਪਣੀ ਮਾਂ ਨੂੰ ਆਪਣੇ ਦਰਦ ਬਾਰੇ ਦੱਸਿਆ ਕਿ ਮਾਂ, ਮੇਰੇ ਪੇਟ ਵਿੱਚ ਬਹੁਤ ਜ਼ਿਆਦਾ ਦਰਦ ਹੁੰਦਾ ਹੀ ਰਹਿੰਦਾ ਹੈ। ਤਾਂ ਉਹ ਕਹਿੰਦੀ ਕਿ ਤੂੰ ਕਿਸੇ ਡਾਕਟਰ ਕੋਲ ਦਿਖਾ। ਪਰ ਮੈਂ ਦੱਸਦੀ ਕਿ ਵੀ ਇਹ ਤਾਂ ਮੈਨੂੰ ਕਿਸੇ ਡਾਕਟਰ ਕੋਲ ਨਹੀਂ ਲੈ ਕੇ ਹੀ ਨਹੀਂ ਜਾਂਦੇ। ਉਹਨਾਂ ਨੇ ਵੀ ਮੇਰੇ ਸਹੁਰੇ ਘਰ ਆਉਣਾ ਬਾਰੇ ਵੀ ਨਹੀਂ ਕਦੇ ਸੋਚਿਆ ਸੀ, ਕਿਉਂਕਿ ਉਹ ਤਾਂ ਇਹਨਾਂ ਦੇ ਗੁਨਾਹਗਾਰ ਸਨ। ਮੇਰੇ ਮਾਂ-ਬਾਪ ਨੇ ਕਦੇ ਵੀ ਇਹ ਨਹੀਂ ਸੀ ਸੋਚਿਆ ਕਿ ਸਾਡੀ ਬੇਟੀ ਦੀ ਇਹ ਹਾਲਤ ਹੈ ਤੇ ਅਸੀਂ ਉਸ ਨੂੰ ਮਿਲ ਕੇ ਆਈਏ। ਮੈਂ ਤਾਂ ਕੁਝ ਵੀ ਬੋਲ ਨਹੀਂ ਸੀ ਸਕਦੀ। ਮੈਨੂੰ ਤਾਂ ਆਪਣੇ ਸਿਰਫ ਬੱਚੇ ਦੀ ਹੀ ਫਿਕਰ ਰਹਿੰਦੀ ਸੀ। ਉਧਰ ਮੇਰੀ ਡਿਲੀਵਰੀ ਦਾ ਟਾਈਮ ਹੋਣ ਵਾਲਾ ਸੀ ਤੇ ਮੇਰੀ ਸੱਸ ਨੇ ਮੇਰੇ ਬੱਚੇ ਲਈ ਕੋਈ ਵੀ ਕੱਪੜਾ ਨਹੀਂ ਸੀ ਖਰੀਦਿਆ। ਜੇ ਮੈਂ ਕਹਿੰਦੀ ਤਾਂ ਕਹਿ ਦਿੰਦੇ ਕਿ ਅਸੀਂ ਬਥੇਰੇ ਆਪਣੇ ਰਿਸ਼ਤੇਦਾਰਾਂ ਦੇ ਬੱਚਿਆਂ ਨੂੰ ਕੱਪੜੇ ਦਿੱਤੇ ਹਨ, ਉਹ ਵੀ ਇਹ ਕੱਪੜੇ ਦੇ ਕੇ ਹੀ ਜਾਣਗੇ। ਮੈਂ ਤਾਂ ਉਹਨਾਂ ਦੀ ਗੱਲ ਸੁਣ ਕੇ ਹੈਰਾਨ ਸੀ ਕਿ ਮੈਂ ਆਪਣੇ ਬੱਚੇ ਨੂੰ ਚਾਦਰ ਵਿੱਚ ਲਪੇਟ ਕੇ ਰੱਖਾਂਗੀ ਤੇ ਮੈਂ ਉਹਨਾਂ ਲੋਕਾਂ ਦੀ ਉਡੀਕ ਕਰਾਂਗੀ ਜੋ ਕੱਪੜੇ ਦੇ ਕੇ ਜਾਣਗੇ। ਜੇ ਮੈਂ ਆਪਣੇ ਪਤੀ ਨੂੰ ਕੋਈ ਵੀ ਗੱਲ ਕਹਿੰਦੀ ਤਾਂ ਉਸਦੇ ਕੰਨ ਤੇ ਜੂੰ ਨਹੀਂ ਸੀ ਸਰਕਦੀ। ਉਹ ਮੈਨੂੰ 9 ਮਹੀਨਿਆਂ ਦੇ ਵਿੱਚ ਇੱਕ ਵਾਰ ਵੀ ਡਾਕਟਰ ਕੋਲ ਚੈੱਕ ਕਰਵਾਉਣ ਲਈ ਨਹੀਂ ਸੀ ਲੈ ਕੇ ਗਏ। ਜੇ ਮੈਂ ਕਹਿੰਦੀ ਤਾਂ ਉਹ ਕਹਿ ਦਿੰਦੇ, ਜਦੋਂ ਕੋਈ ਗੱਲ ਹੀ ਨਹੀਂ ਤਾਂ ਡਾਕਟਰ ਕੋਲ ਕਿਸ ਲਈ ਜਾਣਾ। ਪਰ ਮੈਨੂੰ ਪਤਾ ਸੀ ਕਿ 1-2 ਵਾਰ ਡਾਕਟਰ ਕੋਲ ਜਾਣਾ ਜ਼ਰੂਰੀ ਹੁੰਦਾ। ਨਾ ਹੀ ਇਹਨਾਂ ਨੇ ਮੇਰੀ ਕੋਈ ਅਲਟਰਾਸਾਊਂਡ ਵਗੈਰਾ ਕਰਵਾਈ ਸੀ। ਮੈਂ ਸਾਰਾ ਦਿਨ ਪਰੇਸ਼ਾਨ ਰਹਿੰਦੀ ਸੀ। ਮੈਨੂੰ ਤਾਂ ਆਪਣੇ ਬੱਚੇ ਦੀ ਫਿਕਰ ਸੀ, ਕਿਉਂਕਿ ਜੇਕਰ ਮੇਰਾ ਕੋਈ ਚੈੱਕਅਪ ਹੋਇਆ ਹੁੰਦਾ ਤਾਂ ਮੇਰੀ ਪਰੇਸ਼ਾਨੀ ਨਾ ਹੁੰਦੀ। ਬਸ ਦਿਨ ਐਵੇਂ ਹੀ ਲੰਘ ਰਹੇ ਸਨ। ਜਦੋਂ ਮੈਨੂੰ 9ਵਾਂ ਮਹੀਨਾ ਸ਼ੁਰੂ ਤਾਂ ਮੈਂ ਪ੍ਰਮਾਤਮਾ ਦਾ ਸ਼ੁਕਰ ਕੀਤਾ ਬਸ ਕਿ ਹੁਣ ਤਾਂ ਥੋੜੇ ਹੀ ਦਿਨ ਰਹਿ ਗਏ ਹਨ। ਮੈਨੂੰ 9ਵਾਂ ਮਹੀਨਾ ਵੀ ਅੱਧਾ ਲੰਘ ਚੁੱਕਿਆ ਸੀ, ਪਰ ਮੇਰਾ ਪਤੀ ਮੈਨੂੰ ਡਾਕਟਰ ਕੋਲ ਨਾ ਲੈ ਕੇ ਗਿਆ। ਮੈਂ ਪਰੇਸ਼ਾਨ ਸੀ, ਪਰ ਇਹ ਸੋਚਦੇ ਸੀ ਕਿ ਇਸਦੇ ਦਰਦ ਸ਼ੁਰੂ ਹੋਣਗੇ ਤਾਂ ਹੀ ਇਸ ਨੂੰ ਡਾਕਟਰ ਕੋਲ ਲੈ ਕੇ ਜਾਵਾਂਗੇ। ਜਦੋਂ ਕੋਈ ਸਾਡੇ ਆਂਢ ਗੁਆਂਢ ਵਿੱਚੋਂ ਔਰਤ ਆਉਂਦੀ ਤਾਂ ਮੇਰੀ ਸੱਸ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਤੇ ਕਹਿੰਦੀ ਕਿ ਮੈਂ ਤਾਂ ਆਪਣੀ ਨੂੰਹ ਨੂੰ ਬਹੁਤ ਜ਼ਿਆਦਾ ਖਿਆਲ ਰੱਖਦੀ ਹਾਂ। ਮੈਂ ਤਾਂ ਆਪਣੀ ਨੂੰਹ ਦੇ ਲਈ ਪੰਜੀਰੀ ਬਣਾਈ ਹੈ। ਫਲ ਫਰੂਟ ਮੈਂ ਕਦੇ ਘਰ ਵਿੱਚ ਖਤਮ ਨਹੀਂ ਹੋਣ ਦਿੰਦੀ। ਫਲ ਫਰੂਟ ਤਾਂ ਵਾਕਿਆ ਹੀ ਖਤਮ ਨਹੀਂ ਸੀ ਹੁੰਦੇ। ਉਹ ਸਿਰਫ ਆਪਣੀਆਂ ਕੁੜੀਆਂ ਲਈ ਹੀ ਰੱਖਦੇ ਸਨ ਤੇ ਮੈਨੂੰ ਕਦੇ ਵੀ ਕੋਈ ਚੀਜ਼ ਖਾਣ ਨੂੰ ਨਹੀਂ ਸੀ ਦਿੰਦੇ। ਮੈਨੂੰ ਤਾਂ ਕਦੇ ਵੀ ਇੱਕ ਚੀਜ਼ ਵੀ ਖਾਣ ਨੂੰ ਨਹੀਂ ਸੀ ਦਿੰਦੇ, ਸਿਰਫ ਰੋਟੀ ਤੋਂ ਬਿਨਾਂ। ਇੱਕ ਦਿਨ ਗਲਤੀ ਨਾਲ ਮੈਂ ਸੇਬ ਖਾ ਲਿਆ ਤੇ ਮੇਰੀ ਨਨਾਣ ਨੇ ਤਾਂ ਘਰ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ ਕਿ ਇਹ ਸੇਬ ਤਾਂ ਮੈਂ ਆਪਣੇ ਖਾਣ ਲਈ ਰੱਖਿਆ ਸੀ ਤੇ ਤੂੰ ਕਿਉਂ ਖਾਧਾ। ਇੱਕ ਸੇਬ ਦੇ ਪਿੱਛੇ ਹੀ ਮੇਰੀ ਨਨਾਣ ਨੇ ਮੇਰੇ ਨਾਲ ਯੁੱਧ ਕਰਿਆ ਸੀ। ਫਿਰ ਮੈਨੂੰ ਲੱਗਿਆ ਕਿ ਮੈਨੂੰ 9ਵੇਂ ਮਹੀਨੇ ਤੋਂ ਉੱਪਰ ਦਿਨ ਲੰਘ ਗਏ। ਫਿਰ ਮੈਂ ਆਪਣੀ ਸੱਸ ਨੂੰ ਕਿਹਾ ਕਿ 10ਵਾਂ ਮਹੀਨਾ ਸ਼ੁਰੂ ਹੋਣ ਵਾਲਾ ਸੀ ਕਿ ਆਪਾਂ ਇੱਕ ਵਾਰ ਡਾਕਟਰ ਦੇ ਕੋਲ ਜਾਈਏ ਤੇ ਆਪਾਂ ਡਾਕਟਰ ਦੀ ਸਲਾਹ ਲਈਏ। ਪਰ ਮੇਰੀ ਸੱਸ ਨੇ ਕਿਹਾ ਕਿ ਤੂੰ ਆਪਣੇ ਦਿਨ ਭੁੱਲ ਗਈ। ਜੇ ਦਿਨ ਉੱਤੇ ਲੰਘ ਗਏ ਤਾਂ ਤੈਨੂੰ ਦਰਦ ਸ਼ੁਰੂ ਹੋ ਜਾਣੇ ਸੀ। ਇੱਕ ਦਿਨ ਫਿਰ ਜਦ ਮੇਰੇ ਦਰਦ ਹੋਇਆ ਤਾਂ ਮੈਂ ਆਪਣੇ ਘਰ ਵਿੱਚ ਉੱਚੀ ਉੱਚੀ ਰੌਲਾ ਪਾਉਣ ਲੱਗ ਗਈ ਤਾਂ ਮੇਰਾ ਪਤੀ ਮੈਨੂੰ ਉਸੇ ਹਕੀਮ ਕੋਲ ਲੈ ਗਿਆ। ਇਹ ਹਕੀਮ ਉਹਨਾਂ ਦਾ ਖਾਨਦਾਨੀ ਹਕੀਮ ਸੀ ਤੇ ਦੇਸੀ ਹਕੀਮ ਸੀ। ਜਦੋਂ ਹਕੀਮ ਨੇ ਮੈਨੂੰ ਦੇਖਿਆ ਤਾਂ ਕਹਿਣ ਲੱਗਿਆ ਕਿ ਹਜੇ ਦਿਨ ਰਹਿੰਦੇ ਨੇ। ਜੋ ਹਕੀਮ ਨੇ ਕਿਹਾ ਉਸ ਨੂੰ ਤਾਂ ਮੈਂ ਸੁਣ ਕੇ ਹੈਰਾਨ ਸੀ। ਹਕੀਮ ਨੇ ਕਿਹਾ ਕਿ ਤੈਨੂੰ ਤਾਂ ਬਹੁਤ ਜ਼ਿਆਦਾ ਜਲਦੀ ਹੈ ਕਿ ਮੈਂ ਜਲਦੀ ਜਲਦੀ ਬੱਚਾ ਪੈਦਾ ਕਰਕੇ ਆਪਣੀ ਜਾਨ ਛੁਡਵਾ ਲਵਾਂ। ਮੇਰੀ ਤਾਂ ਸਮਝ ਤੋਂ ਸਭ ਕੁਝ ਬਾਹਰ ਸੀ, ਕਿਉਂਕਿ ਮੇਰਾ ਪੇਟ ਦਿਨੋਂ ਦਿਨ ਵਧਦਾ ਜਾ ਰਿਹਾ ਸੀ। ਇੱਕ ਦਿਨ ਮੈਨੂੰ ਘਬਰਾਹਟ ਹੋਈ ਤੇ ਮੈਂ ਛੱਤ ਤੇ ਚਲੀ ਗਈ ਤਾਂ ਸਾਡੀ ਗੁਆਂਢਣ ਨੇ ਮੈਨੂੰ ਦੇਖ ਕੇ ਕਿਹਾ ਕਿ ਤੇਰੀ ਕੀ ਹਾਲਤ ਬਣੀ ਪਈ ਆ। ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ 11ਵਾਂ ਮਹੀਨਾ ਲੱਗਣ ਵਾਲਾ ਹੈ। ਤਾਂ ਉਸਨੇ ਕੰਨਾਂ ਤੇ ਹੱਥ ਲਾਉਂਦੇ ਹੋਏ ਕਿਹਾ ਕਿ ਤੂੰ ਜਲਦੀ ਡਾਕਟਰ ਨੂੰ ਦਿਖਾ। ਇਹ ਤਾਂ ਤੇਰੀ ਲਾਪਰਵਾਹੀ ਹੈ। ਤੇਰੇ ਘਰ ਵਾਲਿਆਂ ਨੂੰ ਕੋਈ ਫਿਕਰ ਨਹੀਂ। ਮੈਂ ਇਹ ਕਿਹਾ ਕਿ ਤੂੰ ਤਾਂ ਮੇਰੀ ਸੱਸ ਨੂੰ ਜਾਣਦੀ ਹੀ ਹੈ। ਫਿਰ ਉਸਨੇ ਕਿਹਾ, ਹਾਂ ਇਹ ਤਾਂ ਗੱਲ ਹੈ, ਉਹ ਬਹੁਤ ਹੀ ਇੱਕ ਜਿੱਦੀ ਕਿਸਮ ਦੀ ਔਰਤ ਹੈ। ਫਿਰ ਉਸਨੇ ਕਿਹਾ ਕਿ ਤੂੰ ਮਾਂ ਹੈ, ਤੈਨੂੰ ਆਪਣੇ ਬੱਚੇ ਲਈ ਲੜਨਾ ਪਵੇਗਾ। ਫਿਰ ਮੈਨੂੰ ਉਸ ਔਰਤ ਨੇ ਕਿਹਾ ਕਿ ਜੇ ਤੇਰੇ ਦਰਦ ਨਹੀਂ ਹੁੰਦਾ ਤਾਂ ਡਾਕਟਰ ਤੇਰਾ ਆਪਰੇਸ਼ਨ ਕਰਕੇ ਬੱਚਾ ਚੱਕ ਦੇਣਗੇ, ਪਰ ਤੈਨੂੰ ਡਾਕਟਰ ਕੋਲ ਜਾਣਾ ਜ਼ਰੂਰੀ ਹੈ। ਫਿਰ ਥੱਲੇ ਆ ਕੇ ਮੈਂ ਆਪਣੇ ਪਤੀ ਨੂੰ ਕਿਹਾ ਕਿ ਮੈਂ ਡਾਕਟਰ ਕੋਲ ਜਾਣਾ ਤਾਂ ਮੇਰਾ ਪਤੀ ਨੇ ਕਿਹਾ ਕਿ ਤੈਨੂੰ ਮੈਂ ਹਕੀਮ ਕੋਲ ਲੈ ਕੇ ਜਾਣਾ। ਮੈਂ ਕਿਹਾ ਮੈਂ ਹਕੀਮ ਕੋਲ ਨਹੀਂ ਜਾਣਾ, ਡਾਕਟਰ ਕੋਲ ਆਪਣਾ ਚੈੱਕਅਪ ਕਰਵਾਉਣਾ। ਮੈਂ ਕਿਹਾ ਕਿ ਜੇ ਮੇਰੇ ਕੁਦਰਤੀ ਦਰਦ ਨਹੀਂ ਹੁੰਦੇ ਤਾਂ ਡਾਕਟਰ ਆਪਰੇਸ਼ਨ ਕਰਕੇ ਬੱਚਾ ਚੱਕ ਦੇਣਗੇ। ਮੈਨੂੰ 10ਵਾਂ ਮਹੀਨਾ ਲੰਘਣ ਵਾਲਾ ਸੀ ਤੇ 11ਵਾਂ ਚੜ੍ਹਨ ਵਾਲਾ ਸੀ ਤਾਂ ਮੇਰਾ ਪਤੀ ਕਹਿਣ ਲੱਗਿਆ ਕਿ ਤੈਨੂੰ ਪਤਾ ਵੀ ਹੈ ਆਪਰੇਸ਼ਨ ਦਾ ਕਿੰਨਾ ਖਰਚਾ ਆਵੇਗਾ ਤੇ ਉਹ ਖਰਚਾ ਕੌਣ ਦੇਵੇਗਾ। ਮੈਂ ਤਾਂ ਹੈਰਾਨ ਪਰੇਸ਼ਾਨ ਸੀ ਕਿ ਇਹਨਾਂ ਨੂੰ ਆਪਣੇ ਬੱਚੇ ਦੀ ਨਹੀਂ ਸਿਰਫ ਖਰਚੇ ਦੀ ਹੀ ਪਈ ਹੈ।
ਮੈਂ ਤਾਂ ਪਰੇਸ਼ਾਨ ਸੀ ਕਿ ਇਹਨਾਂ ਨੂੰ ਮੇਰੀ ਕੋਈ ਪਰਵਾਹ ਨਹੀਂ। ਪਰ ਮੈਂ ਹੁਣ ਸਮਝ ਗਈ ਸੀ ਕਿ ਇਹ ਮੈਨੂੰ ਜਾਣਬੁੱਝ ਕੇ ਹੀ ਡਾਕਟਰ ਕੋਲ ਨਹੀਂ ਲੈ ਕੇ ਜਾਂਦੇ। ਇਹਨਾਂ ਨੂੰ ਕੋਈ ਪਰਵਾਹ ਨਹੀਂ ਸੀ, ਚਾਹੇ ਮੈਂ ਮਰ ਹੀ ਜਾਂਦੀ। ਮੈਂ ਸਮਝ ਗਈ ਸੀ ਕਿ ਇਹ ਮੇਰੀ ਸੱਸ ਦੀ ਹੀ ਚਾਲ ਹੈ, ਕਿਉਂਕਿ ਉਹ ਨਹੀਂ ਸੀ ਚਾਹੁੰਦੀ ਕਿ ਮੇਰੇ ਬੱਚਾ ਹੋਵੇ। ਜੇ ਬੱਚਾ ਹੋਵੇਗਾ ਤਾਂ ਘਰ ਘਰ ਵਿੱਚ ਖਰਚੇ ਹੋਣਗੇ। ਇਹ ਤਾਂ ਬਹੁਤ ਹੀ ਹੱਦ ਤੋਂ ਜ਼ਿਆਦਾ ਕੰਜੂਸ ਸੀ। ਫਿਰ ਮੈਂ ਆਪਣੇ ਦਿਲ ਵਿੱਚ ਸੋਚ ਲਿਆ ਸੀ ਕਿ ਹੁਣ ਮੈਨੂੰ ਇਹ ਲੜਾਈ ਆਪਣੇ ਬੱਚੇ ਲਈ ਲੜਨੀ ਹੀ ਪਵੇਗੀ। ਮੈਂ ਇੱਕ ਦਿਨ ਆਪਣੇ ਪੁਰਾਣੇ ਕੱਪੜਿਆਂ ਵਿੱਚੋਂ ਛੋਟੇ ਛੋਟੇ ਆਪਣੇ ਬੱਚੇ ਲਈ ਕੱਪੜੇ ਬਣਾ ਲਏ, ਕਿਉਂਕਿ ਇਹਨਾਂ ਨੇ ਮੇਰੇ ਬੱਚੇ ਲਈ ਕੋਈ ਕੱਪੜੇ ਨਹੀਂ ਸੀ ਖਰੀਦੇ, ਤੇ ਮੈਂ ਉਹ ਕੱਪੜੇ ਆਪਣੇ ਬੈਗ ਵਿੱਚ ਪਾ ਲਏ। ਤੇ ਜਦੋਂ ਰਾਤ ਨੂੰ ਸੱਸ ਤੇ ਸਾਰੇ ਸੌਂ ਗਏ ਤਾਂ ਮੈਂ ਘਰ ਤੋਂ ਨਿਕਲ ਗਈ, ਕਿਉਂਕਿ ਅੱਧੇ ਘੰਟੇ ਦਾ ਰਾਸਤਾ ਸੀ। ਸਾਡੇ ਨੇੜੇ ਹੀ ਇੱਕ ਛੋਟੀ ਜਿਹੀ ਮੰਡੀ ਪੈਂਦੀ ਸੀ। ਮੈਂ ਉੱਥੇ ਹਸਪਤਾਲ ਵਿੱਚ ਚਲੀ ਗਈ ਤੇ ਆਪਣਾ ਫੋਨ ਵੀ ਬੰਦ ਕਰ ਲਿਆ। ਮੈਨੂੰ ਪਤਾ ਸੀ ਕਿ ਇਹ ਸਭ ਇਲਜ਼ਾਮ ਮੇਰੇ ਤੇ ਹੀ ਲਗਾਉਣਗੇ ਕਿ ਮੈਂ ਘਰ ਤੋਂ ਭੱਜ ਗਈ। ਮੈਂ ਹਸਪਤਾਲ ਪਹੁੰਚ ਗਈ ਤਾਂ ਉਹੀ ਡਾਕਟਰ ਮੈਨੂੰ ਮਿਲੇ। ਫਿਰ ਮੈਂ ਉਸਨੂੰ ਆਪਣੀ ਸਾਰੀ ਕਹਾਣੀ ਦੱਸੀ ਤਾਂ ਉਸਨੇ ਮੇਰਾ ਚੈੱਕਅਪ ਕਰਿਆ। ਫਿਰ ਉਸ ਡਾਕਟਰ ਨੇ ਮੇਰਾ ਅਲਟਰਾਸਾਊਂਡ ਜਦੋਂ ਕਰਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਹੀ ਰਹਿ ਗਈਆਂ। ਉਸ ਨੇ ਨਰਸਾਂ ਨੂੰ ਉੱਚੀ ਆਵਾਜ਼ ਮਾਰੀ ਤੇ ਜਲਦੀ ਜਲਦੀ ਬੁਲਾਇਆ। ਮੈਂ ਡਾਕਟਰ ਦੀ ਹਾਲਤ ਦੇਖ ਕੇ ਹੋਰ ਜ਼ਿਆਦਾ ਪਰੇਸ਼ਾਨ ਹੋ ਗਈ ਕਿ ਆਖਿਰ ਪ੍ਰੋਬਲਮ ਕੀ ਹੈ। ਮੈਂ ਡਾਕਟਰ ਨੂੰ ਪੁੱਛਿਆ ਕਿ ਆਖਿਰ ਕੀ ਹੋਇਆ, ਤੁਸੀਂ ਕਿਉਂ ਪਰੇਸ਼ਾਨ ਹੋ, ਮੈਨੂੰ ਤਾਂ ਦੱਸੋ। ਫਿਰ ਉਸਨੇ ਇੱਕ ਦੂਸਰੀ ਡਾਕਟਰ ਨੂੰ ਆਪਣੇ ਕੈਬਨ ਵਿੱਚ ਬੁਲਾਇਆ ਤੇ ਉਸਦੇ ਕੰਨ ਵਿੱਚ ਇੱਕ ਗੱਲ ਕਹੀ ਤਾਂ ਉਹ ਡਾਕਟਰ ਵੀ ਉਸ ਡਾਕਟਰ ਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਈ। ਫਿਰ ਉਹ ਡਾਕਟਰ ਮੇਰੇ ਕੋਲ ਆਈ ਤੇ ਮੇਰੇ ਮੋਢੇ ਤੇ ਹੱਥ ਰੱਖ ਕੇ ਬੜੇ ਪਿਆਰ ਨਾਲ ਕਿਹਾ ਕਿ ਆਓ। ਮੈਂ ਚੁੱਪਚਾਪ ਉਸਦੇ ਪਿੱਛੇ ਚੱਲ ਪਈ ਤੇ ਸਹਿਮ ਗਈ ਤੇ ਮੈਂ ਕਿਹਾ ਕਿ ਤੁਸੀਂ ਮੈਨੂੰ ਦੱਸੋ ਕਿ ਮੇਰਾ ਬੱਚਾ ਤਾਂ ਠੀਕ ਹੈ, ਤੁਸੀਂ ਮੈਨੂੰ ਸਹੀ ਗੱਲ ਤਾਂ ਦੱਸੋ ਕਿ ਆਖਿਰ ਕੀ ਗੱਲ ਹੈ। ਤਾਂ ਡਾਕਟਰ ਨੇ ਕਿਹਾ ਕਿ ਤੁਹਾਡੇ ਨਾਲ ਕੌਣ ਆਇਆ ਹੈ। ਤਾਂ ਮੈਂ ਕਿਹਾ ਕਿ ਮੇਰੇ ਨਾਲ ਕੋਈ ਨਹੀਂ, ਮੈਂ ਇਕੱਲੀ ਹੀ ਆਈ ਹਾਂ। ਮੈਨੂੰ ਡਾਕਟਰ ਨੇ ਕਿਹਾ ਕਿ ਤੁਸੀਂ ਆਪਣੇ ਫੈਮਿਲੀ ਵਿੱਚੋਂ ਕਿਸੇ ਨੂੰ ਬੁਲਾ ਲਓ। ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਮੇਰੇ ਨਾਲ ਕੋਈ ਨਹੀਂ ਆਵੇਗਾ, ਮੈਂ ਤਾਂ ਉਹਨਾਂ ਤੋਂ ਲੁਕ ਕੇ ਹੀ ਆਈ ਹਾਂ। ਫਿਰ ਕਿਹਾ ਕਿ ਤੁਸੀਂ ਆਪਣੇ ਮਾਂ-ਬਾਪ ਨੂੰ ਬੁਲਾ ਲਓ। ਫਿਰ ਮੈਂ ਆਪਣੇ ਮੰਮੀ ਪਾਪਾ ਨੂੰ ਫੋਨ ਕਰਿਆ ਤੇ ਕਿਹਾ ਕਿ ਤੁਸੀਂ ਬਿਨਾਂ ਕੁਝ ਦੱਸੇ ਹਸਪਤਾਲ ਪਹੁੰਚ ਜਾਓ। ਮੈਨੂੰ ਡਾਕਟਰ ਨੇ ਸਿਰਫ ਇੰਨਾ ਹੀ ਕਿਹਾ ਹੈ ਕਿ ਤੇਰਾ ਆਪਰੇਸ਼ਨ ਕਰਨਾ ਪਵੇਗਾ ਤੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਆਉਣਾ ਜ਼ਰੂਰੀ ਹੈ। ਆਪਰੇਸ਼ਨ ਦਾ ਤਾਂ ਮੈਨੂੰ ਵੀ ਪਤਾ ਸੀ, ਕਿਉਂਕਿ ਮੇਰਾ ਟਾਈਮ ਬਹੁਤ ਜ਼ਿਆਦਾ ਉੱਪਰ ਲੰਘ ਚੁੱਕਾ ਸੀ, ਪਰ ਡਾਕਟਰ ਘਬਰਾਈ ਹੋਈ ਸੀ ਤੇ ਮੈਨੂੰ ਅਸਲ ਗੱਲ ਨਹੀਂ ਸੀ ਦੱਸ ਰਹੇ। ਫਿਰ ਡਾਕਟਰ ਮੈਨੂੰ ਆਪਰੇਸ਼ਨ ਥੀਏਟਰ ਵਿੱਚ ਲੈ ਗਏ ਤੇ ਮੇਰਾ ਆਪਰੇਸ਼ਨ ਨੂੰ ਤਕਰੀਬਨ ਬਹੁਤ ਜ਼ਿਆਦਾ ਟਾਈਮ ਲੱਗ ਗਿਆ। ਮੈਨੂੰ ਮੇਰੀ ਸਹੇਲੀ ਨੇ ਤਾਂ ਦੱਸਿਆ ਸੀ ਕਿ ਸਿਰਫ ਅੱਧੇ ਘੰਟੇ ਵਿੱਚ ਇਹ ਆਪਰੇਸ਼ਨ ਹੋ ਜਾਂਦਾ ਹੈ ਤੇ 2 ਡਾਕਟਰ ਹੀ ਆਪਰੇਸ਼ਨ ਕਰਦੇ ਹਨ, ਪਰ ਮੇਰਾ ਉਹਨਾਂ ਨੇ ਆਪਰੇਸ਼ਨ 4 ਡਾਕਟਰਾਂ ਨੇ ਕਰਿਆ ਸੀ ਤੇ ਡਾਕਟਰਾਂ ਦੀ ਵੀ ਬੁਰੀ ਹਾਲਤ ਹੋ ਗਈ ਸੀ। ਮੇਰੇ ਆਪਰੇਸ਼ਨ ਨੂੰ 2-3 ਘੰਟੇ ਲੱਗ ਗਏ ਸਨ। ਜਦੋਂ ਮੇਰਾ ਆਪਰੇਸ਼ਨ ਹੋ ਗਿਆ ਤਾਂ ਮੈਂ ਬੇਹੋਸ਼ ਹੋ ਗਈ ਤੇ ਮੈਨੂੰ ਉਸ ਤੋਂ ਬਾਅਦ ਕੁਝ ਵੀ ਨਾ ਪਤਾ ਲੱਗਿਆ। ਜਦੋਂ ਮੇਰੀ ਅੱਖ ਖੁੱਲੀ ਤਾਂ ਮੈਂ ਹਸਪਤਾਲ ਦੇ ਕਮਰੇ ਵਿੱਚ ਸੀ। ਮੇਰੀ ਮਾਂ ਮੇਰੇ ਕੋਲ ਬੈਠੀ ਸੀ ਤੇ ਮੇਰੇ ਪਾਪਾ ਮੇਰੇ ਸਾਹਮਣੇ ਆਪਣਾ ਸਿਰ ਫੜ ਕੇ ਬੈਠੇ ਸੀ। ਮੇਰੇ ਸਹੁਰੇ ਪਰਿਵਾਰ ਵਿੱਚੋਂ ਕੋਈ ਵੀ ਨਹੀਂ ਸੀ ਆਇਆ। ਮੈਂ ਘਬਰਾਈ ਨੇ ਆਪਣੀ ਮਾਂ ਨੂੰ ਪੁੱਛਿਆ ਕਿ ਕੀ ਸਭ ਠੀਕ ਹੈ, ਮੇਰਾ ਬੱਚਾ ਕਿੱਥੇ ਹੈ। ਮੈਂ ਪੂਰੀ ਤਰ੍ਹਾਂ ਘਬਰਾ ਗਈ ਤੇ ਉੱਠ ਕੇ ਬੈਠ ਕੇ ਮੈਂ ਆਪਣੀ ਮਾਂ ਨੂੰ ਕਿਹਾ, ਮੇਰਾ ਬੱਚਾ ਕਿੱਥੇ ਹੈ। ਮੈਨੂੰ ਘਬਰਾਏ ਹੋਏ ਦੇਖ ਕੇ ਮੇਰੀ ਮਾਂ ਨੇ ਕਿਹਾ, ਸਭ ਠੀਕ ਹੈ, ਤੈਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਮੈਂ ਕਿਹਾ, ਬੱਚੇ ਨੂੰ ਤਾਂ ਕਮਰੇ ਵਿੱਚੋਂ ਹੀ ਹੋਣਾ ਚਾਹੀਦਾ ਸੀ, ਪਰ ਮੇਰਾ ਬੱਚਾ ਕਿਤੇ ਵੀ ਦਿਖਾਈ ਨਹੀਂ ਦੇ ਰਿਹਾ। ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ। ਮੈਨੂੰ ਪਤਾ ਸੀ ਕਿ ਮੇਰਾ ਬੱਚਾ ਇਸ ਦੁਨੀਆ ਵਿੱਚ ਨਹੀਂ ਹੈ, ਕਿਉਂਕਿ ਮੈਂ ਹੀ ਆਪਣੇ ਬੱਚੇ ਨੂੰ ਦੁਨੀਆ ਵਿੱਚ ਨਹੀਂ ਸੀ ਆਉਣ ਦਿੱਤਾ ਤੇ ਮੈਂ ਆਪਣੇ ਸਹੁਰਿਆਂ ਦੇ ਮਗਰ ਲੱਗ ਕੇ ਡਾਕਟਰ ਕੋਲ ਨਾ ਆਈ। ਮੇਰੀ ਮੰਮੀ ਪਾਪਾ ਵੀ ਬਹੁਤ ਜ਼ਿਆਦਾ ਪਰੇਸ਼ਾਨ ਸੀ, ਪਰ ਅਸਲ ਵਿੱਚ ਇਹ ਗੱਲ ਨਹੀਂ ਸੀ। ਡਾਕਟਰ ਜਦੋਂ ਕਮਰੇ ਵਿੱਚ ਆਈ ਤਾਂ ਉਸਨੇ ਮੈਨੂੰ ਸਾਰੀ ਗੱਲ ਦੱਸੀ ਕਿ ਆਖਿਰ ਕੀ ਹੋਇਆ ਸੀ। ਡਾਕਟਰ ਦੀ ਗੱਲ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਹੀ ਨਿਕਲ ਗਈ। ਜਦੋਂ ਮੈਨੂੰ ਡਾਕਟਰ ਨੇ ਗੱਲ ਦੱਸੀ ਤਾਂ ਉਹ ਮੈਨੂੰ ਖੁਸ਼ਖਬਰੀ ਤੋਂ ਜ਼ਿਆਦਾ ਪਰੇਸ਼ਾਨੀ ਦੀ ਗੱਲ ਲੱਗ ਰਹੀ ਸੀ। ਡਾਕਟਰਾਂ ਦੇ ਨਾਲ ਇੱਕ ਹੋਰ ਆਦਮੀ ਖੜਾ ਸੀ, ਉਹ ਬਜ਼ੁਰਗ ਸੀ। ਤਾਂ ਡਾਕਟਰਾਂ ਨੇ ਕਿਹਾ ਕਿ ਇਹ ਇਸ ਹਸਪਤਾਲ ਦੇ ਮਾਲਕ ਹਨ ਤੇ ਉਹਨਾਂ ਦਾ ਇਲਾਜ ਫ੍ਰੀ ਹੁੰਦਾ ਹੈ, ਜੋ ਗਰੀਬ ਤੇ ਬੇਸਹਾਰਾ ਹੁੰਦੇ ਨੇ। ਮੈਂ ਪਰੇਸ਼ਾਨ ਸੀ ਕਿ ਉਹ ਮੈਨੂੰ ਇਹ ਸਭ ਕਿਉਂ ਦੱਸ ਰਹੇ ਨੇ। ਤਾਂ ਡਾਕਟਰ ਨੇ ਕਿਹਾ ਕਿ ਤੁਸੀਂ ਥੋੜੇ ਟਾਈਮ ਦੇ ਵਿੱਚ ਹੀ ਬਹੁਤ ਜ਼ਿਆਦਾ ਮਸ਼ਹੂਰ ਹੋਣ ਵਾਲੇ ਹੋ ਤੇ ਸਾਰੀ ਦੁਨੀਆ ਵਿੱਚ ਤੁਹਾਡਾ ਨਾਮ ਜਾਣਿਆ ਜਾਵੇਗਾ। ਮੈਂ ਤਾਂ ਹੈਰਾਨ ਸੀ ਕਿ ਡਾਕਟਰ ਕੀ ਕਹਿ ਰਹੇ ਨੇ। ਤਾਂ ਫਿਰ ਮੈਨੂੰ ਡਾਕਟਰ ਨੇ ਜੋ ਗੱਲ ਦੱਸੀ ਉਹ ਸੁਣ ਕੇ ਤਾਂ ਮੈਂ ਵੀ ਦੰਗ ਰਹਿ ਗਈ। ਉਸ ਡਾਕਟਰ ਨੇ ਦੱਸਿਆ ਕਿ ਤੁਹਾਡੇ 10 ਬੱਚੇ ਪੈਦਾ ਹੋਏ ਹਨ,
5 ਕੁੜੀਆਂ ਤੇ 5 ਮੁੰਡੇ। ਇਸ ਕਰਕੇ ਤੁਹਾਡਾ ਪੇਟ ਇੰਨਾ ਜ਼ਿਆਦਾ ਵਧਿਆ ਹੋਇਆ ਸੀ। ਤੇ ਇਹ ਹਸਪਤਾਲ ਦੇ ਮਾਲਕ ਹਨ। ਇੱਥੋਂ ਦੀ ਡਾਕਟਰਾਂ ਦੀ ਟੀਮ ਨੇ ਆਪਣੀ ਮਿਹਨਤ ਤੇ ਕਾਬਲੀਅਤ ਦੇ ਨਾਲ ਜਿਉਂਦੇ ਜੀ ਤੁਹਾਡੇ ਬੱਚਿਆਂ ਨੂੰ ਪੈਦਾ ਕੀਤਾ ਹੈ, ਕਿਉਂਕਿ 10 ਬੱਚਿਆਂ ਨੂੰ ਜਨਮ ਦੇਣ ਵਾਲੀ ਔਰਤ ਵੀ ਧਨ ਹੈ। ਤੇ ਜਿਹੜੇ ਡਾਕਟਰਾਂ ਨੇ ਇਸ ਕੇਸ ਨੂੰ ਹੈਂਡਲ ਕੀਤਾ ਸੀ, ਉਹਨਾਂ ਦੀ ਟੀਮ ਨੂੰ ਵੀ ਸ਼ਾਬਾਸ਼ੇ ਦੇਣੇ ਮਿਲਦੀ ਹੈ। ਫਿਰ ਮੈਨੂੰ ਉਸ ਹਸਪਤਾਲ ਦੇ ਮਾਲਕ ਨੇ ਕਿਹਾ ਕਿ ਬੇਟੀ, ਮੈਂ ਤੇਰੀ ਹਾਲਤ ਸਮਝਦਾ ਹਾਂ। ਜਿਸ ਤਰ੍ਹਾਂ ਤੇਰੇ ਬੈਗ ਵਿੱਚ ਉਹਨਾਂ ਬੱਚਿਆਂ ਦੇ ਲਈ ਕੱਪੜੇ ਪਾਏ ਹੋਏ ਸਨ, ਉਹਨਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਤੂੰ ਕਿੰਨੀ ਮਜਬੂਰ ਹੈ। ਤੂੰ ਆਪਣੇ ਬੱਚਿਆਂ ਨੂੰ ਕਿਵੇਂ ਪਾਲੇਂਗੀ ਤੇ ਮੈਂ ਤੇਰੇ ਬੱਚਿਆਂ ਦਾ ਖਰਚਾ ਉਠਾਵਾਂਗਾ। ਜਿੰਨਾ ਟਾਈਮ ਉਹ ਆਪਣੇ ਪੈਰਾਂ ਤੇ ਖੜੇ ਨਹੀਂ ਹੋਣਗੇ, ਮੈਂ ਉਹਨਾਂ ਦਾ ਪਾਲਣ ਪੋਸ਼ਣ, ਉਹਨਾਂ ਦੀ ਪੜ੍ਹਾਈ ਦਾ ਖਰਚਾ ਆਪ ਖੁਦ ਕਰਾਂਗਾ, ਕਿਉਂਕਿ ਸਾਡੀ ਇੱਕ ਸਮਾਜ ਸੇਵਾ ਸੰਸਥਾ ਬਣੀ ਹੋਈ ਹੈ ਤੇ ਉਸ ਦੇ ਰਾਹੀਂ ਮੈਂ ਤੇਰੇ ਬੱਚਿਆਂ ਨੂੰ ਪੜ੍ਹਾਵਾਂਗਾ, ਲਿਖਾਵਾਂਗਾ ਤੇ ਉਹਨਾਂ ਦਾ ਖਰਚਾ ਵੀ ਮੈਂ ਆਪਣੇ ਦਮ ਤੇ ਹੀ ਕਰਾਂਗਾ। ਮੈਂ ਅੰਦਰ ਹੀ ਅੰਦਰ ਸੋਚ ਲਿਆ ਸੀ ਕਿ ਮੈਂ ਹੁਣ ਆਪਣੇ ਉਸ ਸਹੁਰੇ ਘਰ ਵਿੱਚ ਕਦੇ ਕਦਮ ਨਹੀਂ ਰੱਖਾਂਗੀ। ਜਿਨ੍ਹਾਂ ਲੋਕਾਂ ਨੂੰ ਮੇਰੀ ਤੇ ਮੇਰੇ ਬੱਚਿਆਂ ਦੀ ਕੋਈ ਪਰਵਾਹ ਨਹੀਂ ਸੀ, ਇਹਨਾਂ ਨੂੰ ਮੈਂ ਉਸ ਘਰ ਵਿੱਚ ਕਦੇ ਵੀ ਕਦਮ ਨਹੀਂ ਰੱਖਾਂਗੀ। ਇਹਨੇ ਨੂੰ ਕਮਰੇ ਵਿੱਚ ਮੇਰੇ ਪਤੀ ਦਾਖਲ ਹੋਏ ਤੇ ਉੱਚੀ ਉੱਚੀ ਮੈਨੂੰ ਕਹਿਣ ਲੱਗੇ ਕਿ ਮੈਂ ਤੈਨੂੰ ਤਲਾਕ ਦੇ ਦੇਵਾਂਗਾ। ਮੇਰੇ ਪਾਪਾ ਬੋਲ ਪਏ। ਮੇਰੇ ਪਾਪਾ ਨੇ ਕਿਹਾ ਕਿ ਤੁਸੀਂ ਕੌਣ ਹੁੰਦੇ ਹੋ ਇਸ ਨੂੰ ਤਲਾਕ ਦੇਣ ਵਾਲੇ? ਮੇਰੀ ਬੇਟੀ ਤੁਹਾਨੂੰ ਖੁਦ ਹੀ ਤਲਾਕ ਦੇਵੇਗੀ ਤੇ ਮੇਰੀ ਬੇਟੀ ਖੁਦ ਉਸ ਘਰ ਵਿੱਚ ਨਹੀਂ ਜਾਣਾ ਚਾਹੇਗੀ। ਮੇਰੇ ਪਾਪਾ ਬੋਲ ਪਏ ਕਿ ਇਹ ਉਸ ਘਰ ਵਿੱਚ ਕਦੇ ਨਹੀਂ ਜਾਵੇਗੀ, ਮੈਂ ਹੀ ਇਸ ਨੂੰ ਨਹੀਂ ਜਾਣ ਦੇਵਾਂਗਾ। ਫਿਰ ਡਾਕਟਰਾਂ ਨੇ ਕਿਹਾ ਕਿ ਇਹ ਤਾਂ ਇੱਕ ਮਸ਼ਹੂਰ ਔਰਤ ਹੈ, ਇਸ ਨੂੰ ਤਾਂ ਸਰਕਾਰ ਇਨਾਮ ਦੇਵੇਗੀ। ਇਹ ਗੱਲ ਸੁਣ ਕੇ ਮੇਰੀ ਸੱਸ ਹੱਕੀ ਬੱਕੀ ਰਹਿ ਗਈ ਕਿ ਮੈਂ 10 ਬੱਚਿਆਂ ਨੂੰ ਜਨਮ ਦਿੱਤਾ ਹੈ। ਫਿਰ ਡਾਕਟਰ ਨੇ ਮੇਰੀ ਸੱਸ ਨੂੰ ਦੱਸਿਆ ਕਿ ਇਸ ਨੇ 10 ਬੱਚਿਆਂ ਨੂੰ ਜਨਮ ਦਿੱਤਾ ਹੈ, ਤਾਂ ਮੇਰੀ ਸੱਸ ਦੇ ਮੂੰਹ ਵਿੱਚੋਂ ਨਿਕਲ ਗਿਆ ਕਿ ਇਹ ਔਰਤ ਨਹੀਂ, ਇਹ ਤਾਂ ਇੱਕ ਭਰਪੂਤ ਹੈ ਜੋ ਇਸਨੇ ਇਕੱਠੇ ਹੀ 10 ਬੱਚਿਆਂ ਨੂੰ ਜਨਮ ਦੇ ਦਿੱਤਾ। ਮੈਂ ਹੁਣ ਸੋਚ ਲਿਆ ਸੀ ਕਿ ਮੈਂ ਉਸ ਘਰ ਵਿੱਚ ਕਦੇ ਨਹੀਂ ਜਾਵਾਂਗੀ ਤੇ ਮੈਂ ਆਪਣੇ ਪਤੀ ਨੂੰ ਵੀ ਕਹਿ ਦਿੱਤਾ ਕਿ ਤੁਸੀਂ ਮੈਨੂੰ ਤਲਾਕ ਦੇ ਦਿਓ, ਮੈਂ ਉਸ ਘਰ ਵਿੱਚ ਨਹੀਂ ਜਾਵਾਂਗੀ। ਤਾਂ ਫਿਰ ਮੇਰੀ ਸੱਸ ਨੇ ਜਦੋਂ ਉਸ ਇਨਾਮ ਦੇ ਬਾਰੇ ਸੁਣਿਆ ਤੇ ਉਸ ਬੱਚਿਆਂ ਦੇ ਖਰਚੇ ਬਾਰੇ ਸੁਣਿਆ ਤਾਂ ਉਸਨੇ ਕਿਹਾ ਕਿ ਨਹੀਂ, ਇਹ ਤਾਂ ਮੇਰੀ ਧੀ ਹੈ, ਮੈਂ ਤਾਂ ਇਸ ਨੂੰ ਆਪਣੇ ਨਾਲ ਹੀ ਲੈ ਕੇ ਜਾਵਾਂਗੀ। ਫਿਰ ਉਧਰ ਮੇਰੇ ਪਾਪਾ ਵੀ ਬੋਲ ਪਏ ਤੇ ਉਹ ਕਹਿੰਦੇ ਕਿ ਜੇਕਰ ਤੁਸੀਂ ਇਸ ਨੂੰ ਨਾਲ ਲੈ ਕੇ ਜਾਣਾ ਹੈ ਤਾਂ ਇਹ ਉਸ ਘਰ ਵਿੱਚ ਨਹੀਂ ਰਹੇਗੀ, ਇਹ ਸਿਰਫ ਆਪਣੇ ਪਤੀ ਦੇ ਨਾਲ ਹੀ ਰਹੇਗੀ। ਇਹ ਗੱਲ ਸੁਣ ਕੇ ਮੇਰੀ ਸੱਸ ਪਰੇਸ਼ਾਨ ਹੋ ਗਈ, ਕਿਉਂਕਿ ਮੈਨੂੰ ਆਪਣੀ ਸੱਸ ਦੀ ਸਮਝ ਨਹੀਂ ਸੀ ਆ ਰਹੀ ਕਿ ਪਹਿਲਾਂ ਤਾਂ ਉਹ ਆਪਣੇ ਪੋਤਾ ਪੋਤੀ ਦਾ ਮੂੰਹ ਦੇਖਣਾ ਚਾਹੁੰਦੀ ਸੀ ਜਦੋਂ ਮੇਰੇ ਬੱਚਾ ਹੋਣ ਵਾਲਾ ਸੀ, ਤਾਂ ਫਿਰ ਉਸ ਨੇ ਮੈਨੂੰ ਇੱਕ ਦਿਨ ਵੀ ਪਰਵਾਹ ਨਹੀਂ ਸੀ ਮੇਰੀ ਕਰੀ। ਆਖਿਰ ਉਹ ਕੀ ਚਾਹੁੰਦੀ ਸੀ? ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਮੇਰੇ ਬੱਚੇ ਨੂੰ ਜਿਉਂਦੇ ਨਹੀਂ ਸੀ ਦੇਖਣਾ ਚਾਹੁੰਦੀ, ਕਿਉਂਕਿ ਜੇ ਮੇਰੇ ਬੱਚਾ ਹੋ ਗਿਆ ਤਾਂ ਉਸ ਦਾ ਪੁੱਤ ਮੇਰੇ ਤੋਂ ਦੂਰ ਹੋ ਜਾਵੇਗਾ। ਜਦੋਂ ਮੈਂ ਇਹ ਆਪਣਾ ਫੈਸਲਾ ਸੁਣਾਇਆ ਤਾਂ ਮੇਰੀ ਸੱਸ ਚੁੱਪਚਾਪ ਮੇਰੇ ਕੋਲੋਂ ਮੁਆਫੀ ਮੰਗਣ ਲੱਗੀ ਤੇ ਕਹਿਣ ਲੱਗੀ ਕਿ ਧੀਏ, ਤੂੰ ਮੇਰੇ ਪੁੱਤ ਦੇ ਨਾਲ ਹੀ ਚਲੀ ਜਾ, ਤਾਂ ਤੁਸੀਂ ਸ਼ਹਿਰ ਰਹਿਣ ਲੱਗ ਜਾਇਓ, ਕਿਉਂਕਿ ਜੋ ਸਰਕਾਰ ਨੇ ਮੈਨੂੰ ਇਨਾਮ ਦਿੱਤਾ ਸੀ ਉਹ ਮੇਰੀ ਪੜ੍ਹਾਈ ਮੁਤਾਬਿਕ ਮੈਨੂੰ ਨੌਕਰੀ ਦੇ ਰਹੀ ਸੀ। ਉਹ ਨੌਕਰੀ ਵੀ ਸਰਕਾਰੀ ਸੀ, ਇਸ ਕਰਕੇ ਉਹ ਲਾਲਚੀ ਬੰਦੇ ਸੀ ਤੇ ਉਹ ਮੈਨੂੰ ਆਪਣੇ ਹੱਥੋਂ ਗਵਾਉਣਾ ਨਹੀਂ ਸੀ ਚਾਹੁੰਦੇ। ਮੈਂ ਤਾਂ ਹੈਰਾਨ ਸੀ ਕਿ ਔਰਤ ਦੀ ਜ਼ਿੰਦਗੀ ਇੰਨੀ ਦਰਦ ਭਰੀ ਕਿਉਂ ਪ੍ਰਮਾਤਮਾ ਨੇ ਬਣਾਈ ਹੈ। ਇਹ ਮੇਰੀ ਜ਼ਿੰਦਗੀ ਦੇ ਦਰਦ ਭਰੀ ਕਹਾਣੀ ਹੈ। ਹਾਂਜੀ ਦੋਸਤੋ, ਤੁਹਾਡੀ ਕੀ ਰਾਏ ਹੈ ਇਸ ਕਹਾਣੀ ਬਾਰੇ ਆਪਣੇ ਕਮੈਂਟਾਂ ਰਾਹੀਂ ਜ਼ਰੂਰ ਦੱਸਿਓ। ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਤੇ ਨਵੇਂ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲੇ। ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ, ਤਦ ਤੱਕ ਲਈ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।